ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ RCN ਤੇ ਟਾਈਮ ਵਾਰਨਰ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਬੀਤੇ ਦਿਨਾਂ ਦੇ ਵਿੱਚ ਵੀ ਜਸਟਿਨ ਟਰੂਡੋ ਦੀ ਜਿਹੜੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ਦੇ ਇੱਕ ਹਫ਼ਤੇ ਦੇ ਆਪਣੇ ਦੌਰੇ 'ਤੇ ਗਏ ਹੋਏ ਨੇ, ਉਹਨਾਂ ਦੇ ਇਸ ਦੌਰੇ ਬਾਰੇ ਵੱਖ-ਵੱਖ ਪਹਿਲੂਆਂ ਤੋਂ ਗੱਲਬਾਤ ਕੀਤੀ ਹੈ। ਅੱਜ ਦੀ ਜਿਹੜੀ ਡਿਵੈਲਪਮੈਂਟ ਹੈਗੀ ਹੈ, ਉਹਨਾਂ ਨੇ ਜਸਟਿਨ ਟਰੂਡੋ ਨੇ ਦਿੱਲੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਹੈ, ਜਿੱਥੇ ਜਸਟਿਨ ਟਰੂਡੋ ਵੱਲੋਂ ਵਪਾਰ ਦੀ ਗੱਲ ਨੂੰ ਮੁੱਖ ਰੱਖਿਆ ਗਿਆ, ਪਰ ਉੱਥੇ ਹੀ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਨਰਿੰਦਰ ਮੋਦੀ ਵੱਲੋਂ ਸਿੱਖ ਸੈਪਰੇਟਿਜ਼ਮ ਦਾ, ਸਿੱਖ ਵੱਖਵਾਦ ਦਾ ਜਿਹੜਾ ਇਸ਼ੂ ਹੈ ਉਹ ਹਾਈਲਾਈਟ ਕੀਤਾ ਗਿਆ ਕਿ ਅਸੀਂ ਟੈਰਰਿਜ਼ਮ ਨੂੰ ਕਿਤੇ ਨਾ ਕਿਤੇ ਜਿਹੜਾ ਕੰਡੈਮ ਕੀਤਾ ਗਿਆ। ਸੋ ਇਸ ਸਾਰੇ ਇਸ਼ੂ ਦੇ ਉੱਪਰ ਅਸੀਂ ਇੱਕ ਜਿੱਥੇ ਬੈਕਡ੍ਰੌਪ ਵੀ ਹੈਗਾ ਕਿ ਜਸਟਿਨ ਟਰੂਡੋ ਦੀ ਸਾਰੀ ਭਾਰਤ ਫੇਰੀ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਕਿਤੇ ਨਾ ਕਿਤੇ ਉਹਨਾਂ ਨੂੰ ਮੀਡੀਆ ਦੇ ਵਿੱਚ ਵੀ ਜੋ ਕੋਲਡ ਸ਼ੋਲਡਰ ਦੱਸਿਆ ਗਿਆ ਜਾਂ ਸਨੱਬ ਦੱਸਿਆ ਗਿਆ ਵੀ ਜਸਟਿਨ ਟਰੂਡੋ ਨੂੰ ਦਿੱਤਾ ਗਿਆ, ਉਹਦੇ ਬਿਹਾਈਂਡ ਰੀਜ਼ਨ ਕੀ ਨੇ, ਤੇ ਇਸ ਸਾਰੇ ਪਾਰਟ ਨੂੰ, ਇਸ ਸਾਰੀ ਫੇਰੀ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਜਿਸ ਹਿਸਾਬ ਨਾਲ ਪੇਸ਼ ਕੀਤਾ ਗਿਆ, ਉਸ ਦੇ ਉੱਪਰ ਅੱਜ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਸ 'ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ MLA ਸਰਦਾਰ ਜਰਨੈਲ ਸਿੰਘ, ਜੋ ਕਿ ਇੱਕ ਪੱਤਰਕਾਰ ਵੀ ਨੇ, ਉਹ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਜਰਨੈਲ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਅੱਜ ਦੀ ਇਸ ਫੇਰੀ ਦੀ ਡਿਵੈਲਪਮੈਂਟ ਹੈਗੀ ਹੈ ਜਸਟਿਨ ਟਰੂਡੋ ਦੀ, ਉੱਥੋਂ ਹੀ ਗੱਲਬਾਤ ਸ਼ੁਰੂ ਕਰੀਏ ਤੇ ਓਵਰਆਲ ਵੀ ਤੁਸੀਂ ਇਸ ਸਾਰੀ ਫੇਰੀ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ, ਇਸ ਸਾਰੇ ਹਫ਼ਤੇ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ, ਜੋ ਮੀਡੀਆ ਦੇ ਵਿੱਚ ਵੀ ਆਇਆ ਕਿ ਸਰਕਾਰ ਵੱਲੋਂ ਜਿਹੜਾ ਬਣਦਾ ਮਾਣ ਸਤਿਕਾਰ ਸੀ ਜਸਟਿਨ ਟਰੂਡੋ ਨੂੰ ਉਹ ਨਹੀਂ ਦਿੱਤਾ ਗਿਆ, ਇਹਦੇ ਬਿਹਾਈਂਡ ਕਾਰਨ, ਤੇ ਅੱਜ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖਾਸ ਤੌਰ 'ਤੇ ਵੱਖਵਾਦ ਦਾ ਜੋ ਮੁੱਦਾ ਚੁੱਕਿਆ ਗਿਆ, ਉਸ ਬਾਰੇ ਤੁਹਾਡੇ ਕੀ ਖਿਆਲਾਤ ਨੇ? ਦੇਖੋ, ਗੱਲ ਇਹ ਹੈ ਕਿ ਇਹਦੇ ਪਿੱਛੇ ਕਾਰਨ ਉਹੀ ਹੈ ਜੋ ਇੰਦਰਾ ਗਾਂਧੀ ਦੇ ਵੇਲੇ ਸੀ। ਉਹ ਜਿਹੜੀ ਇੱਕ ਕਮਿਊਨਲ ਰਾਜਨੀਤੀ ਹੈ, ਉਹ ਸਿਆਸਤ ਖੇਡਣ ਦੀ ਕੋਸ਼ਿਸ਼ ਨਰਿੰਦਰ ਮੋਦੀ ਕਰ ਰਿਹਾ ਜੀ, ਕਿਉਂਕਿ ਉਸ ਸਿਆਸਤ ਦੇ ਨਾਲ ਉਹ ਜਿਹੜੀ ਹੈ ਮਾਈਨੋਰਟੀਜ਼ ਜਿਹੜੀ ਇੰਡੀਆ 'ਚ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜੀ ਇੰਡੀਆ ਦੀ ਇੰਟੀਗ੍ਰਿਟੀ, ਯੂਨਿਟੀ ਨੂੰ ਡਰ ਦਿਖਾ ਕੇ, ਇੰਡੀਆ ਦੀ ਏਕਤਾ ਅਖੰਡਤਾ ਨੂੰ ਡਰ ਦਿਖਾ ਕੇ ਇਹ ਇੱਕ ਫੇਅਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਕਿ ਹਿੰਦੁਸਤਾਨ 'ਚ ਜਿਹੜੀਆਂ ਵੋਟਾਂ ਨੇ ਮੈਜੋਰਟੀ ਦੀਆਂ ਉਹ ਹਾਸਿਲ ਕੀਤੀਆਂ ਜਾ ਸਕਣ ਜੀ। ਉਹੀ ਪਾਲਿਸੀ ਚੱਲ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ 2019 'ਚ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਤੇ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਬਚਾਉਣ ਨੂੰ ਖਤਰਾ ਹੈ, ਤੇ ਉਹ ਮਾਈਨੋਰਟੀਜ਼ ਤੋਂ ਖਤਰਾ ਹੈ ਤੇ ਮੈਂ ਬਚਾ ਸਕਦਾ, ਮੈਂ ਹਿੰਦੁਸਤਾਨ ਨੂੰ ਬਚਾ ਸਕਦਾ। ਇਹੀ ਗੇਮ ਇੰਦਰਾ ਗਾਂਧੀ ਨੇ ਖੇਡੀ ਸੀ, ਉਹੀ ਗੇਮ ਮੋਦੀ ਖੇਡ ਰਿਹਾ। ਉਹਨੂੰ ਇਸ ਤੋਂ ਕੋਈ ਮਤਲਬ ਨਹੀਂ ਕਿ ਕੈਨੇਡਾ ਦੇ ਨਾਲ ਮੈਂ ਆਪਣੇ ਸੰਬੰਧ ਕਿਵੇਂ ਬਣਾਉਣੇ ਸੀ, ਵਪਾਰ ਕਿੱਦਾਂ ਵਧਾਉਣਾ ਸੀ, ਉਹਨਾਂ ਗੱਲਾਂ ਦੀ ਬਜਾਏ ਉਹ ਆਪਣੀ ਰਾਜਨੀਤੀ ਖੇਡੀ ਹੈ। ਹੁਣ ਤੱਕ ਮੋਦੀ ਦੀ ਜਿੰਨੀ ਵੀ ਸਰਕਾਰ ਬਣਨ ਤੋਂ ਬਾਅਦ ਤੋਂ ਜਿੰਨੀ ਵੀ ਪਾਲਿਸੀ ਹੈ, ਉਹ ਭਾਵੇਂ ਵਿਦੇਸ਼ ਨੀਤੀ ਹੋਵੇ, ਭਾਵੇਂ ਕੋਈ ਵੀ ਸਟੈਪਸ ਹੋਣ, ਉਹਦੇ ਪਿੱਛੇ ਉਹ ਰਾਜਨੀਤੀ ਕਰਦਾ। ਉਹਦੇ ਪਿੱਛੇ ਉਹ ਕੋਈ ਮਤਲਬ ਉਹ ਹਿੰਦੁਸਤਾਨ ਨੂੰ ਤਰੱਕੀ ਦੇ ਰਾਹ ਤੇ ਲਿਆਉਣਾ ਜਾਂ ਇਕੋਨਮੀ ਨੂੰ ਵਧਾਉਣਾ ਜਾਂ ਕੁਝ ਹੋਰ, ਉਹ ਨਹੀਂ ਹੁੰਦਾ ਉਹਦੇ ਪਿੱਛੇ। ਭਾਵੇਂ ਉਹ ਕਸ਼ਮੀਰ ਦਾ ਮਸਲਾ ਹੋਵੇ, ਭਾਵੇਂ ਪਾਕਿਸਤਾਨ ਨਾਲ ਗੱਲਬਾਤ ਦਾ ਮਸਲਾ ਹੋਵੇ, ਭਾਵੇਂ ਬਾਰਡਰ ਦੇ ਉੱਤੇ ਦੋਨੋਂ ਤਰਫੋਂ ਜਿਹੜਾ ਸੰਘਰਸ਼ ਚੱਲਦਾ ਉਹਦੇ ਵਿੱਚ ਹੋਵੇ, ਉਹ ਕੁਝ ਵੀ ਹੋਵੇ, ਉਹਦੇ ਪਿੱਛੇ ਪੂਰੀ ਸਿਆਸਤ ਹੀ ਖੇਡਣ ਦੀ ਕੋਸ਼ਿਸ਼ ਕਰਦੀ ਹੈ। ਤੇ ਹੁਣ ਵੀ ਇਹਦੇ 'ਚ ਸਿਆਸਤ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਜਿਹੜੇ ਕੈਨੇਡਾ ਦੇ ਪ੍ਰੀਮੀਅਰ ਹੈ, ਉਹ ਜਿਹੜੀ ਕੈਨੇਡਾ ਦੀ ਸਾਰੀ ਵਿਦੇਸ਼ ਮੰਤਰਾਲੇ ਹੈ, ਜਿਹੜੇ ਕੈਨੇਡਾ ਦਾ ਹਾਈ ਕਮਿਸ਼ਨ ਹੈ, ਉਹ ਪੂਰੀ ਤਰ੍ਹਾਂ ਫੇਲ ਹੋਇਆ। ਉਹਨੂੰ ਇਸ ਗੱਲ ਦੀ ਸਮਝ ਨਹੀਂ, ਉਹਨੂੰ ਇਸ ਗੱਲ ਦੀ ਸੋਚ ਹੀ ਨਹੀਂ ਕਿ ਇੱਥੇ ਇੰਟੈਲੀਜੈਂਸ ਏਜੰਸੀਆਂ ਨੇ ਇਹ ਪੂਰਾ ਇੱਕ ਉਹਦੇ ਜਿਹੜੇ ਦੌਰੇ ਨੂੰ
ਇਸ ਪਾਸੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਹੀਂ ਤਾਂ ਇਹੀ ਮੋਦੀ ਜੇ ਪਾਕਿਸਤਾਨ ਨੂੰ ਦੇਖ ਲਓ, ਪਾਕਿਸਤਾਨ ਦੇ ਨਵਾਜ਼ ਸ਼ਰੀਫ ਨੂੰ ਆਪਣੇ ਜਦੋਂ ਪ੍ਰਧਾਨ ਮੰਤਰੀ ਬਣਦਾ ਤੇ ਉਹਨੂੰ ਬੁਲਾਉਂਦਾ ਸ਼ਪਥ ਲੈਣ ਵੇਲੇ, ਵਿਸ਼ੇਸ਼ ਜੀ ਮਹਿਮਾਨ ਬਣਾਉਂਦਾ, ਉਹਦੀ ਧੀ ਦੇ ਵਿਆਹ ਦੇ ਉੱਤੇ ਬਿਨਾਂ ਬੁਲਾਇਆ ਪਹੁੰਚ ਜਾਂਦਾ ਤੇ ਉਹ ਉੱਥੇ ਦੂਜੀ ਪਾਲਿਸੀ ਸ਼ੁਰੂ ਹੋਣੀ। ਉਸੇ ਤਰ੍ਹਾਂ ਵਾਜਪਾਈ ਆਗਰਾ ਚ ਮੁਸ਼ਰਫ ਨੂੰ ਬੁਲਾਉਂਦਾ ਜਿਹਨੇ ਕਾਰਗਿਲ ਦੇ ਵਿੱਚ ਉੱਥੇ ਘੁਸਪੈਠ ਕੀਤੀ ਸੀ। ਤੇ ਉਹ ਗੱਲ ਹੋਰ ਹੈ। ਚਾਈਨਾ ਨੂੰ ਦੇਖ ਲਓ, ਚਾਈਨਾ ਪੂਰੀ ਤਰ੍ਹਾਂ ਇੰਡੀਆ ਦੇ ਅਗੇਂਸਟ ਚੱਲਦਾ, ਜੀ ਯੂਐਨ ਦੇ ਵਿੱਚ ਪੂਰੀ ਤਰ੍ਹਾਂ ਹਰ ਇੰਡੀਆ ਦੀ ਗੱਲ ਨੂੰ ਵੀਟੋ ਕਰ ਦਿੰਦਾ ਹੈ। ਪਰ ਉਹਦਾ ਜਦੋਂ ਰਾਸ਼ਟਰਪਤੀ ਆਉਂਦਾ ਇਹ ਝੂਲੇ ਝੂਲਦੇ ਬੈਠ ਕੇ ਨਾਲ। ਤੇ ਭਾਵੇਂ ਉਹ UAE ਦਾ ਹੋਏ ਮਸਲਾ, ਭਾਵੇਂ ਹੁਣੇ ਫਿਲਿਸਤੀਨ ਵੀ ਹੋ ਕੇ ਆਇਆ, ਉੱਥੇ ਵੀ ਗੱਲ ਵਕੜੀਆਂ ਪਾ ਕੇ ਆਇਆ, ਜਦਕਿ ਫਿਲਿਸਤੀਨ ਨੂੰ ਇਜ਼ਰਾਈਲ ਗਿਆ, ਜਦਕਿ ਉਹ ਇੰਡੀਆ ਦਾ ਜਿਹੜਾ ਇੰਟਰਸਟ ਹੈ ਜੋ UN ਦੇ ਵਿੱਚ 21 ਸੀਟ ਚਾਹੁੰਦਾ ਹੈ ਜਾਂ ਵੀਟੋ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ, ਤੇ ਉਹਦੇ ਵਾਸਤੇ ਵੀ ਉਹਨੂੰ ਜਿਹੜੇ ਮੁਸਲਿਮ ਦੀਆਂ ਕੰਟਰੀਆਂ ਉਹਨਾਂ ਦਾ ਸਾਥ ਚਾਹੀਦਾ। ਪਰ ਉਹ ਇਜ਼ਰਾਈਲ ਦੇ ਨਾਲ ਵੀ ਗੱਲ ਵਕੜੀਆਂ ਪਾਉਂਦਾ। ਗੱਲ ਕੀ ਹੈ ਕਿ ਉਹ ਸਾਰੀ ਰਾਜਨੀਤੀ ਉਹਦੀ ਹਿੰਦੁਸਤਾਨ ਦੇ ਇੰਟਰਸਟ ਨੂੰ ਲੈ ਕੇ ਨਹੀਂ, BJP ਦੇ ਇੰਟਰਸਟ ਨੂੰ ਲੈ ਕੇ, RSS ਦੇ ਇੰਟਰਸਟ ਨੂੰ ਲੈ ਕੇ ਹੈ। ਤੇ ਇਸ ਗੱਲ ਨੂੰ ਕਿਤੇ ਨਾ ਕਿਤੇ ਸਮਝਣ ਵਿੱਚ ਕੈਨੇਡਾ ਉਹਦੀ ਕਮਜ਼ੋਰੀ ਰਹੀ। ਤੇ ਇੱਥੇ ਜਿਹੜਾ ਇੰਡੀਆ ਚ ਹਾਈ ਕਮਿਸ਼ਨ ਸੀ ਕੈਨੇਡਾ ਦਾ, ਉਹ ਇਸ ਗੇਮ ਪਲਾਨ ਨੂੰ ਸਮਝ ਨਹੀਂ ਪਾਇਆ ਔਰ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਹੁਣ ਕੈਨੇਡਾ ਦੇ ਪ੍ਰੀਮੀਅਰ ਨੂੰ ਵੀ ਬਾਹਰ ਆਪਣੇ ਕੈਨੇਡੀਅਨ ਪ੍ਰੈਸ ਨੇ ਵੀ ਭੰਡਿਆ ਕਿ ਬਈ ਡਿਜ਼ਾਸਟਰਸ ਟੂਰ ਸੀ, ਇਹ ਗਲਤ ਟੂਰ ਸੀ, ਇਹਦੇ ਚ ਇਹ ਗਲਤੀਆਂ ਹੋਈਆਂ, ਉਹ ਗਲਤੀਆਂ ਹੋਈਆਂ। ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਏ ਔਰ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਐਕਚੁਅਲੀ ਸਿੱਖਾਂ ਨੂੰ ਵੀ ਇਹ ਨੁਕਸਾਨ ਇਹ ਹੋਏਗਾ ਕਿ ਉਹਨਾਂ ਦੀ ਜਿਹੜੀ ਛਵੀ ਹੈ ਉਹ ਕੈਨੇਡਾ ਦੇ ਵਿੱਚ ਵੀ ਤੇ ਬਾਕੀ ਕੁੱਲ ਦੁਨੀਆ ਦੇ ਵਿੱਚ ਮਿਲੀਟੈਂਸੀ ਦੀ ਬਣਾਉਣ ਦੀ ਕੋਸ਼ਿਸ਼ ਫਿਰ ਕੀਤੀ ਗਈ ਹੈ, ਅੱਤਵਾਦੀ ਬਣਾਉਣ ਦੀ ਫਿਰ ਕੋਸ਼ਿਸ਼ ਕੀਤੀ ਗਈ ਹੈ, ਵਾਇਲੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਥੇ ਅਸੀਂ ਦੁਨੀਆ ਦੇ ਵਿੱਚ ਸਿੱਖ ਇਹ ਗੱਲ ਨੂੰ ਅੱਜ ਕਹਿੰਦਾ ਕਿ ਨਹੀਂ ਮੈਂ ਮੁਸਲਿਮ ਨਹੀਂ, ਮੇਰੀ ਪੱਗ ਸਿਰ ਤੇ ਰੱਖ ਕੇ ਮੈਨੂੰ ਤੁਸੀਂ ਕਿਤੇ ਉਸਾਮਾ ਬਿਨ ਲਾਦਨ ਦਾ ਬੰਦਾ ਨਾ ਸਮਝੋ, ਅਲ ਕਾਇਦਾ ਦਾ ਬੰਦਾ ਨਾ ਸਮਝੋ। ਕਿਤੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨਹੀਂ ਅਸੀਂ ਮੁਸਲਮਾਨ ਨਹੀਂ, ਅਸੀਂ ਸਿੱਖ। ਉਹਨੇ ਹੁਣ ਸਿੱਖਾਂ ਦੀ ਵੀ ਮਿਲੀਟੈਂਟ, ਸਿੱਖਾਂ ਦੀ ਵੀ ਅੱਤਵਾਦੀ ਜਿਹੜੀ ਇੱਕ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਨਾਲ ਜਿਹੜਾ ਕੈਨੇਡਾ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਜਿਹੜਾ ਕੈਨੇਡਾ ਦੇ ਵਿੱਚ ਆਮ ਕੈਨੇਡੀਅਨ ਹੈ ਉਹ ਸਿੱਖਾਂ ਨੂੰ ਬੜੇ ਰਿਸਪੈਕਟ ਨਾਲ ਗੱਲ ਕਰਦਾ ਹੈ। ਉਹ 4 ਮੰਤਰੀ ਵੀ ਬਣ ਗਏ, ਉਹਨਾਂ 4 ਮੰਤਰੀਆਂ ਨੇ ਵੀ ਕੱਲ ਔਖੇ ਸਵਾਲ ਪੁੱਛੇ ਜਾ ਸਕਦੇ। ਉਹਨਾਂ ਦੀ ਛਵੀ ਨੂੰ ਜਿਹੜਾ ਇੱਕ ਆਮ ਕੈਨੇਡੀਅਨ ਸਿੱਖ ਹੈ ਜੋ ਇੱਕ ਘਰ ਮਿਲਿਆ ਉਹਨੇ ਪੰਜਾਬ ਤੋਂ ਬਾਹਰ, ਉਹਨੂੰ ਵੀ ਕੱਲ ਨੂੰ ਇਹ ਔਕੜਾ ਆਣੀ, ਕਿਉਂਕਿ ਕੁਐਸਚਨਸ, ਕੁਛ ਖਦਸ਼ੇ, ਕੁਛ ਸੰਸ਼ੇ ਉਹਨਾਂ ਨੇ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਆਪਣੀ ਪੂਰੀ ਪਾਲਿਸੀ ਦੇ ਤਹਿਤ ਉਹਦੇ ਚ ਵੇਖਿਆ ਨਾ ਕਿਤੇ ਨਾ ਕਿਤੇ ਕਾਮਯਾਬ ਹੋਏ ਨੇ। ਹੁਣ ਇਹਨਾਂ ਨੂੰ ਸਿੱਖਾਂ ਦੀਆਂ ਸੰਸਥਾਵਾਂ ਨੂੰ ਇਸ ਪ੍ਰੋਪੇਗੈਂਡਾ ਨੂੰ ਕੱਟਣ ਵਾਸਤੇ ਤੇ ਮੈਨੂੰ ਲੱਗਦਾ ਸਰਕਾਰ ਨਾਲ ਆਪਣੀ ਇਸ ਗੱਲ ਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਕੰਮ ਹੋਵੇਗਾ ਤੇ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜੇ ਇੰਡੀਅਨ ਜਿਹੜੇ ਕੈਬਨਿਟ ਮਿਨਿਸਟਰ ਵੀ ਸੀਗੇ ਕੈਨੇਡਾ ਵਿੱਚ, ਜਿਹੜੇ MP ਵੀ ਸੀ, ਉਹਨਾਂ ਨੂੰ ਚੰਗੀ ਤਰ੍ਹਾਂ ਫੀਡਬੈਕ ਦੇਣਾ ਚਾਹੀਦਾ ਸੀ ਕਿ ਇਸ ਤਰ੍ਹਾਂ ਦੀ ਪਾਲਿਸੀ ਉਹਨਾਂ ਦੀ ਚੱਲਦੀ ਹੈ ਤੇ ਉਹ ਹੋਏਗੀ। ਜਿੱਥੇ ਇੰਡੀਆ ਦੇ 9 ਮਿਲੀਟੈਂਟਸ ਦੀ ਸੂਚੀ ਦਿੱਤੀ ਹੈ, ਇਹਦੇ ਨਾਲ ਪੂਰੀ ਦੁਨੀਆ 'ਚ ਕੀ ਮੈਸੇਜ ਗਿਆ ਕਿ ਜਿਹੜੇ ਸਿੱਖ ਨੇ ਉਹ ਮਿਲੀਟੈਂਟ ਨੇ। ਤੇ ਜਿਹੜਾ ਸਿੱਖਾਂ ਦਾ ਅੱਜ ਮੰਨ ਲਓ ਰਿਪਰੈਜ਼ੈਂਟੇਟਿਵ ਹੈ, ਮੈਂ ਕਹਾਂਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਹੈ, ਤੁਸੀਂ ਮੰਨੋ ਜਾਂ ਨਾ ਮੰਨੋ, ਤੇ ਉਹ ਕਹਿ ਰਿਹਾ ਕਿ ਮੈਂ ਸਿੱਖ ਮਿਲੀਟੈਂਟ ਵਰਡ ਯੂਜ਼ ਕਰ ਰਿਹਾ ਤੇ ਉਹ ਕਹਿ ਰਿਹਾ ਸਿੱਖ ਮਿਲੀਟੈਂਟ ਦੀ ਮੈਂ ਸੂਚੀ ਦਿੱਤੀ ਹੈ। ਹੁਣ ਉਹਨੇ ਸਿੱਖ ਮਿਲੀਟੈਂਟ ਨਾਲ ਵਰਡ ਲਾ ਦਿੱਤਾ। ਪੂਰੀ ਦੁਨੀਆ ਦੇ ਵਿੱਚ ਇਹ ਵਰਡ ਦੁਨੀਆ ਦੀ ਪ੍ਰੈਸ ਨੇ ਕੈਨੇਡੀਅਨ ਜਿਹੜਾ ਪ੍ਰਾਈਮ ਮਿਨਿਸਟਰ ਦੀ ਜਿਹੜੀ ਫੇਰੀ ਸੀ ਉਹਨੂੰ ਕਵਰ ਕੀਤਾ ਤੇ ਉਹਨਾਂ ਨੇ ਸਿੱਖ ਮਿਲੀਟੈਂਟ ਵਰਡ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਇੱਕ ਛਵੀ ਦਾ ਹੋਇਆ ਜੀ। ਬਿਲਕੁਲ ਜਰਨੈਲ ਸਿੰਘ ਜੀ, ਜੋ ਤੁਸੀਂ ਕਹਿ ਰਹੇ ਹੋ ਉਹ ਵੀ ਗੱਲ ਕਿਤੇ ਨਾ ਕਿਤੇ ਸਮਝ ਦੇ ਵਿੱਚ ਆਉਂਦੀ ਹੈ। ਤੇ ਜਦੋਂ ਅਸੀਂ ਇਹਨੂੰ ਕੈਨੇਡੀਅਨ ਹਵਾਲੇ ਨਾਲ ਦੇਖਦੇ ਹਾਂ ਤਾਂ ਕੈਨੇਡਾ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਨੇ, ਕਨਸਟੀਟਿਊਸ਼ਨ ਹੈ ਉਹ ਲਿਬਰਲ ਹੈ, ਆਪਣੀ ਗੱਲ ਕਹਿਣ ਦਾ ਤੁਹਾਨੂੰ ਹੱਕ ਵੀ ਦਿੰਦਾ। ਉਹਦੇ ਥੱਲੇ ਜਿਹੜੀਆਂ ਆਰਗੇਨਾਈਜੇਸ਼ਨਸ ਜਾਂ ਜਥੇਬੰਦੀਆਂ ਕੰਮ ਵੀ ਕਰ ਰਹੀਆਂ ਨੇ, ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਲਈ ਹੋਵੇ ਜਾਂ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਦਾ ਇਸ਼ੂ ਹੋਵੇ, ਉਹ ਵੈਲ ਵਿਦਨ ਦਾ ਐਂਬੀਟ ਆਫ ਦੀ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਆਪਣੀ ਗੱਲ ਕਰ ਰਹੇ ਆ।
ਤੇ पर ਜਦੋਂ ਇੰਡੀਆ ਦੇ ਵਿੱਚ ਜਿਹੜੀ ਆਫੀਸ਼ੀਅਲ ਪਾਲਿਸੀ ਵੀ ਹੈ ਤੇ ਮੀਡੀਆ ਵੱਲੋਂ ਇਹਨੂੰ ਟੈਰਰਿਜ਼ਮ ਨਾਲ ਜੋੜ ਕੇ ਜਿਹੜੀ ਇੱਕ ਇਹਨੂੰ ਪੇਸ਼ ਕੀਤਾ ਗਿਆ, ਇਸ ਗੱਲ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਕਿਵੇਂ ਇਹਨੂੰ ਐਨਾਲਾਈਜ਼ ਕਰਦੇ ਹੋ? ਕੀ ਇਹ ਇੱਕ ਡੈਲੀਬਰੇਟ ਅਟੈਂਪਟ ਹੈਗਾ ਸਿੱਖਾਂ ਨੂੰ, ਸਿੱਖ ਕੌਮ ਨੂੰ ਬਦਨਾਮ ਕਰਨ ਦਾ? ਦੇਖੋ, ਮੈਨੂੰ ਲੱਗਦਾ ਹੈ ਜੇ ਮੈਂ ਜਰਨਲਿਸਟ ਗੱਲ ਕਰ ਰਿਹਾ ਕਿ ਜਦੋਂ ਪਹਿਲੇ ਜਿਹੜੇ ਇੰਡੀਅਨ ਇੰਟੈਲੀਜੈਂਸ ਦੇ ਚੀਫ ਨੇ ਅਜੀਤ ਡੋਵਾਲ, ਉਹਨਾਂ ਨੇ ਪਹਿਲੇ ਕੋਸ਼ਿਸ਼, ਜਦੋਂ ਮੋਦੀ ਬਾਹਰ ਗਿਆ, ਅਮਰੀਕਾ ਗਿਆ, ਦੂਜੀ ਉੱਥੇ ਬਾਹਰ ਉਹਨਾਂ ਦਾ ਵਿਰੋਧ ਕੀਤਾ ਮੋਦੀ ਦਾ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਗੱਲਬਾਤ ਕੀਤੀ ਜਾਵੇ, ਕੀ ਗੱਲਬਾਤ ਹੋ ਸਕਦੀ। ਮੇਰੇ ਖਿਆਲ ਨਾਲ ਕੈਨੇਡੀਅਨ ਜੋ ਉੱਥੇ ਐਮਬੈਸੀ ਹੈ, ਜੋ ਇੰਡੀਆ ਦੀ ਹਾਈ ਕਮਿਸ਼ਨ ਹੈ ਕੈਨੇਡਾ ਦੇ ਵਿੱਚ, ਉਹਨੇ ਵੀ ਕੋਸ਼ਿਸ਼ ਕੀਤੀ ਕਿ ਵੀ ਚਲੋ ਕੋਈ ਨਾ ਕੋਈ ਰਾਬਤਾ ਬਣਾਉਂਦੇ ਆ ਜਾਂ ਕੋਈ ਰਾਹ ਕੱਢਦੇ। ਹਾਲਾਂਕਿ ਉਹ ਸੀਰੀਅਸ ਕੋਸ਼ਿਸ਼ ਨਹੀਂ ਸੀ, ਕਿਉਂਕਿ ਨਾ 84 ਦੇ ਕਤਲੇਆਮ ਦੀ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿਲਾਉਣ ਦੀ ਗੱਲ ਹੈ, ਨਾ ਪੰਜਾਬ ਨਾਲ ਹੋਈ ਧੋਖੇ ਦੀ ਗੱਲ ਹੈ, ਨਾ ਪੰਜਾਬ ਦੇ ਪਾਣੀ। ਬਸ ਉਹਨਾਂ ਨੇ ਕਿਹਾ ਚਲੋ ਕੋਈ ਨਾ ਕੁਝ ਪਲੋਸ ਕੇ ਗੱਲ ਕਰਦੇ। ਮੈਨੂੰ ਲੱਗਦਾ ਉਹਨਾਂ ਨੇ ਫਿਰ ਉੱਥੋਂ ਜਵਾਬ ਮਿਲ ਗਿਆ ਉਹਨਾਂ ਨੂੰ, ਉਹਨਾਂ ਨੇ ਬਿਲਕੁਲ ਠੁਕਰਾ ਦਿੱਤਾ ਤੇ ਉਹਨਾਂ ਨੇ ਫਿਰ ਦੂਸਰੀ ਪਾਲਿਸੀ ਅਪਣਾ ਲਈ ਕਿ ਇਹਨਾਂ ਨੂੰ ਫਿਰ ਦੂਜੇ ਢੰਗ ਨਾਲ ਦਿੱਤਾ ਜਾਏ। ਤੇ ਉਹ ਪਾਲਿਸੀ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਚੀਫ ਮਿਨਿਸਟਰ ਦੀ, ਪੰਜਾਬ ਦੀ ਪੁਲਿਸ ਦੀ ਹੁਣ ਕਈ ਮੁੰਡੇ ਚੁੱਕਣੇ ਸ਼ੁਰੂ ਕੀਤੇ, ਜਿਹੜੇ ਜਿਨ੍ਹਾਂ ਨੇ ਕਿਸੇ ਨੇ ਪੰਜਾਬ ਵਾਲੇ ਦਾ ਪੋਸਟਰ ਲਾਇਆ ਜਾਂ ਕਿਸੇ ਨੂੰ ਕੋਈ ਫੇਸਬੁੱਕ ਦੇ ਉੱਤੇ ਕੋਈ ਗੱਲ ਕਹਿ ਦਿੰਦਾ ਜਾਂ ਕੁਝ ਕਰ ਦਿੰਦਾ ਤੇ ਉਹਦੇ ਵਿੱਚ ਰਾਉਂਡ ਅਪ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹ ਪੂਰੀ ਪਾਲਿਸੀ ਦਾ, ਭਾਵੇਂ ਜੱਗੀ ਜੋਲ ਦਾ ਮਸਲਾ ਹੋਵੇ, ਉਹ ਸਾਰਾ ਇੱਕ ਪੂਰਾ ਡਿਜ਼ਾਈਨ ਤਿਆਰ ਕਰਕੇ ਜਿਹੜਾ ਹੁਣ ਉਹਦੀ ਪ੍ਰਣੀਤੀ ਤੱਕ ਪਹੁੰਚਿਆ, ਉਹ ਕੰਮ ਸ਼ੁਰੂ ਕਰ ਦਿੱਤਾ। ਪਰ ਦੂਜੀ ਗੱਲ ਇਹ ਹੈ, ਤੁਸੀਂ ਇਸ ਗੱਲ ਦੇ ਉੱਤੇ ਗੱਲ ਕਰਦੇ ਹੋ ਕਿ ਵੀ ਕੈਨੇਡਾ ਦੇ ਵਿੱਚ ਸੰਵਿਧਾਨ ਕਹਿੰਦਾ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਆਪਣੀ ਮੰਗ ਕਰਨ ਦਾ ਹੱਕ ਹੈ। ਇਹ ਗੱਲ ਠੀਕ ਹੈ, ਪਰ ਇੱਕ ਯਾਦ ਰੱਖਿਆ ਕਿ ਜਦੋਂ ਮਿਲੀਟੈਂਸੀ ਨਾਲ ਜੋੜਿਆ ਜਾਣ ਲੱਗ ਪਏਗਾ ਉਸ ਇਸ਼ੂ ਨੂੰ, ਫਿਰ ਉਹ ਅੱਗੇ ਚੱਲ ਕੇ ਇਸ ਦੇ ਵਿੱਚ ਵੀ ਬਦਲਾਅ ਹੋ ਸਕਦਾ। ਇਸ ਗੱਲ ਨੂੰ ਹਮੇਸ਼ਾ ਧਿਆਨ 'ਚ ਰੱਖੋ। ਮੈਂ ਇਹ ਵੀ ਤੁਹਾਨੂੰ ਕਹਿ ਦਿਆਂ, ਐਲੀਮੈਂਟ ਨੇ ਜਿਹੜੀ ਸਿੱਖ ਵਿਰੋਧੀਆਂ ਤਾਕਤਾਂ ਨੇ, ਉਹਨਾਂ ਨੇ ਪਹਿਲੇ ਵੀ ਇੱਕ ਬਹੁਤ ਵੱਡਾ ਕਾਰਾ ਕਰਾਇਆ ਸੀ, ਜਿਹਦੀ ਆੜ ਦੇ ਵਿੱਚ ਸਿੱਖਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕੀਤਾ ਸੀ। ਜਿਹੜੇ ਇਸ ਹੱਦ ਤੱਕ ਜਾ ਸਕਦੇ ਨੇ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ ਦੌਰੇ ਦੇ ਉੱਤੇ ਪੂਰੀ ਤਰ੍ਹਾਂ ਸਿੱਖ ਮਿਲੀਟੈਂਸੀ ਦੀ ਗੱਲ ਕੀਤੀ ਜਾਏ, ਕੋਈ ਵੱਡੀ ਗੱਲ ਨਹੀਂ ਹੈ ਕਿ ਕੱਲ ਨੂੰ ਕੈਨੇਡਾ ਦੇ ਵਿੱਚ ਕੋਈ 2-4 ਇਹੋ ਜਿਹੀਆਂ ਘਟਨਾਵਾਂ ਵੀ ਕਰਵਾ ਦੇਣ ਜਿਨ੍ਹਾਂ ਦਾ ਨਾਂ ਸਿੱਖ ਮਿਲੀਟੈਂਸੀ ਤੇ ਜੋੜ ਦਿੱਤਾ ਜਾਏ, ਤੇ ਫਿਰ ਤੁਹਾਨੂੰ ਇਹ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਵੀ ਸਾਨੂੰ ਤਾਂ ਹੱਕ ਮਿਲਿਆ ਹੋਇਆ ਜੀ, ਅਸੀਂ ਕਿੱਥੇ ਬੋਲ ਸਕਦੇ ਹਾਂ ਜੀ, ਅਸੀਂ ਤੇ ਇਹਦੀ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ, ਇਹ ਤੁਹਾਨੂੰ ਉਸ ਵੇਲੇ ਪਤਾ ਲੱਗੇਗਾ। ਇਸ ਕਰਕੇ ਚੇਤਨ ਦੀ ਲੋੜ ਹੈ ਸਾਡੇ ਸਿੱਖਾਂ 'ਚ। ਮੈਨੂੰ ਬੁਰਾ ਨਾ ਮੰਨਿਆ, ਜਿੰਨੀਆਂ ਵੀ ਸੰਸਥਾਵਾਂ ਕੰਮ ਕਰਦੀਆਂ ਜਾਂ ਜਿੰਨੇ ਵੀ ਇਹ ਗੱਲਾਂ ਕਰਦੇ ਆ, ਉਹਨਾਂ ਵਿੱਚ ਮੈਚੋਰਿਟੀ ਦੀ ਘਾਟ ਹੈ, ਸਮਝ ਦੀ ਘਾਟ ਹੈ। ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਬਹੁਤ ਮੈਚੋਰ ਹੈ, ਉਹ ਬਹੁਤ ਸਿਆਣਪ ਨਾਲ ਚੱਲਦਾ ਹੈ, ਤੇ ਸਾਡੇ ਵਿੱਚ ਸਿਰਫ ਨਾਰੇ ਮਾਰ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੋਈ ਵੈਲ ਥੌਟ ਸਟ੍ਰੈਟਜੀ ਨਹੀਂ ਹੁੰਦੀ। ਤੁਸੀਂ ਇਸ਼ੂਸ ਨੂੰ, ਸਿੱਖਾਂ ਨੂੰ ਇੱਕ ਪਹਿਲੇ ਵਿਕਟਿਮ ਬਣਾ ਕੇ ਦਿਖਾਓ ਕਿ ਅਸੀਂ ਵਿਕਟਿਮ ਹਾਂ, ਸਾਡੇ ਪੰਜਾਬ ਦੇ ਨਾਲ ਧੋਖਾ ਹੋਇਆ, ਸਾਡੇ ਪੰਜਾਬ ਦੇ ਨਾਲ ਵਾਅਦੇ ਕੀਤੇ ਗਏ ਸੀ, ਅਸੀਂ ਪੰਜਾਬ ਦੀ ਮੰਗ ਪੰਜਾਬ ਦੇ ਪਾਣੀਆਂ ਦੀ ਕੀਤੀ ਹੈ, ਸਾਡੇ ਪੰਜਾਬ ਦੇ ਵਿੱਚ ਸਿੱਖੀ ਨੂੰ ਖਤਰਾ ਖੜਾ ਕੀਤਾ ਗਿਆ ਇੰਦਰਾ ਗਾਂਧੀ ਵੱਲੋਂ, ਸਾਡੇ ਪੰਜਾਬ ਦੇ ਵਿੱਚ ਚੰਡੀਗੜ੍ਹ ਸਾਨੂੰ ਅੱਜ ਤੱਕ ਨਹੀਂ ਦਿੱਤਾ, ਸਾਡੇ 84 'ਚ ਕਤਲੇਆਮ ਕੀਤਾ ਗਿਆ, ਸਾਡੇ ਨਾਲ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ। ਇਹ ਗੱਲਾਂ ਸਾਨੂੰ ਆਪਣੇ ਅੱਗੇ ਲਿਆ ਕੇ ਉਸ ਇਸ਼ੂ ਨੂੰ ਵਾਕਈ ਇੱਕ ਹਿਊਮਨ ਰਾਈਟ ਦਾ ਇਸ਼ੂ ਬਣਾ ਕੇ ਗੱਲ ਕਰਨ ਦੀ ਲੋੜ ਹੈ। ਪਰ ਜਦੋਂ ਅਸੀਂ ਉਸ ਨੂੰ ਦੂਜੇ ਢੰਗ ਨਾਲ ਗੱਲ ਕਰਦੇ ਹਾਂ, ਫਿਰ ਉਹਦੇ ਨਾਲ ਨੁਕਸਾਨ ਹੁੰਦਾ ਹੈ। ਉਹਦੇ ਨਾਲ ਇੰਡੀਆ 'ਚ ਬੈਠੇ ਹੋਏ ਸਿੱਖਾਂ ਨੂੰ ਵੀ ਨੁਕਸਾਨ ਹੁੰਦਾ ਹੈ, ਉਹਦੇ ਨਾਲ ਜਿਹੜੇ ਦੁਨੀਆ ਭਰ 'ਚ ਬੈਠੇ ਸਿੱਖਾਂ ਨੂੰ ਵੀ ਨੁਕਸਾਨ ਹੁੰਦਾ। ਕੋਈ ਵੀ ਕੰਟਰੀ ਉਸ ਹਿਸਾਬ ਨਾਲ ਤੁਹਾਡੀ ਬਾਂਹ ਫੜਨ ਨੂੰ ਤਿਆਰ ਨਹੀਂ ਹੁੰਦੀ। ਦੂਜੀ ਗੱਲ ਇੱਕ ਯਾਦ ਰੱਖਿਆ ਜੀ, ਦੁਨੀਆ ਦੇ ਵਿੱਚ ਇਸ ਵੇਲੇ 2 ਹੀ ਤਾਕਤਾਂ ਜਿਹੜੀਆਂ ਕਿਤੇ ਨਾ ਕਿਤੇ ਦੁਨੀਆ ਦੀਆਂ ਚੌਧਰੀ ਬਣਨਾ ਚਾਹੁੰਦੀਆਂ ਨੇ, ਤੇ ਉਹਨੂੰ ਦੂਜੇ ਦੇਸ਼ ਦੀ ਕੰਟਰੀ ਦੇ ਵਿੱਚ ਜਿਹੜੀ ਪਾਲਿਸੀ ਹੈ ਉਹਨੂੰ ਪ੍ਰਭਾਵਿਤ ਕਰਨ ਦੀ ਜਾਂ ਕਿਸੇ ਇਸ਼ੂ ਦੇ ਉੱਤੇ ਸਟ੍ਰੈਟਜੀ ਬਣਾਉਣ ਦੀ ਉਹ ਲੱਗ। ਇੱਕ ਤਾਂ ਅਮਰੀਕਾ ਤੇ ਦੂਜਾ ਚਾਈਨਾ ਜੀ। ਤੇ ਅਮਰੀਕਾ ਇੱਕ ਯੂਕੇ ਸੀਗਾ, ਇੰਗਲੈਂਡ, ਪਰ ਇੰਗਲੈਂਡ ਹੁਣ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਦੀ ਬੋਲੀ ਬੋਲਦਾ ਜੀ। ਨਾ ਤਾਂ ਇੰਗਲੈਂਡ ਤੇ ਨਾ ਕੋਈ ਅਮਰੀਕਾ ਤੇ ਨਾ ਚਾਈਨਾ, ਇਹ ਕੋਈ ਕੰਟਰੀ ਨੂੰ ਇਸ ਇਸ਼ੂ ਨਾਲ ਕੋਈ ਮਤਲਬ ਨਹੀਂ। ਜਿਹੜੀ ਪੰਜਾਬ ਦੀ ਮੰਗ ਤੁਸੀਂ ਕਰਦੇ ਹੋ ਵੀ ਪੰਜਾਬ ਦੇ ਵਿੱਚ ਜੋ ਸਾਡੇ ਨਾਲ ਹੋ ਰਿਹਾ ਜਾਂ ਪੰਜਾਬ 'ਚ ਕੋਈ ਨਾ ਇਨਸਾਫੀ ਹੋਈ ਆ, ਕੈਨੇਡਾ ਵਰਗੀ ਕੰਟਰੀ ਜਿਹੜੀ ਹੈ ਉਹ ਤਾਂ ਆਪਣੀ ਫੌਜ ਤੱਕ ਨਹੀਂ ਰੱਖਦੀ ਜ਼ਿਆਦਾ,
ਉਹ ਇੱਕ ਅਲੱਗ ਤਰੀਕੇ, ਕਿਉਂਕਿ ਉਹ ਇੱਕ ਸੁਹਿਰਦਤਾ ਦੀ ਗੱਲ ਹੈ। ਉਸ ਸੁਹਿਰਦਤਾ ਨੂੰ ਤੁਸੀਂ ਆੜ ਬਣਾ ਕੇ ਉਹਨਾਂ ਨੇ ਉਸ ਨੂੰ ਵੀ ਭੰਨਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਤੁਸੀਂ ਆਪਣੀ ਸਟ੍ਰੈਟਜੀ ਨੂੰ ਰੀਥਿੰਕ ਕਰੋ ਜੀ ਕਿ ਵੀ ਇਹਦੇ ਨਾਲ ਕਿਤੇ ਸਿੱਖਾਂ ਦਾ ਨੁਕਸਾਨ ਪੂਰੇ ਦੇਸ਼ ਤੇ ਦੁਨੀਆ 'ਚ ਨਾ ਕਰਾ ਲਿਆ ਜੀ। ਉਸ ਕਰਕੇ ਉਸ ਨੂੰ ਇੱਕ ਸਟ੍ਰੈਟਜੀ ਘੜ ਕੇ ਉਸ ਨੂੰ ਇਸ਼ੂ ਨੂੰ, ਜਦ ਤੱਕ ਹਿਊਮਨ ਰਾਈਟ ਦੇ ਇਸ਼ੂ ਦੀ ਗੱਲ ਕਰਨੀ ਪਏਗੀ, ਉੱਥੇ ਆਪਣੇ ਹੱਕਾਂ ਦੀ ਗੱਲ ਕਰਨੀ ਪਏਗੀ, ਆਪਣੇ ਜਮਹੂਰੀ ਹੱਕਾਂ ਦੀ ਗੱਲ ਕਰਨੀ ਪਏਗੀ। ਉਸ ਨੂੰ ਵਿਕਟਿਮ, ਆਪਣੇ ਆਪ ਨੂੰ ਕਿਉਂਕਿ ਸਾਡੇ ਨਾਲ ਅਸੀਂ ਵਿਕਟਿਮ, ਜੀ ਲੱਖਾਂ ਸਿੱਖ ਆਪਣੇ ਮਾਰੇ ਗਏ, ਦਰਬਾਰ ਸਾਹਿਬ ਆਪਣਾ ਢਾਇਆ ਗਿਆ, ਪਾਣੀ ਪੰਜਾਬ ਦਾ ਆਪਣਾ ਖੋਇਆ ਗਿਆ ਤੇ ਪੰਜਾਬ ਨੂੰ ਰਾਜਧਾਨੀ ਨਹੀਂ ਦਿੱਤੀ ਗਈ। ਉਸ ਚੀਜ਼ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਵੀ ਇੱਕ ਗੱਲ ਹੋਣੀ ਚਾਹੀਦੀ ਹੈ। ਜੇ ਨਹੀਂ ਤਾਂ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਸਿੱਖ ਮਿਲੀਟੈਂਸ ਦੀ ਗੱਲ ਕਰੇਗਾ ਤੇ ਅਲਟੀਮੇਟਲੀ ਉਹ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਭੰਡਿਆ ਜਾਏਗਾ। ਜੀ ਉਹਨੇ ਆਪਣਾ ਮੋਢਾ ਦੇ ਦਿੱਤਾ, ਇਹਨਾਂ ਨੇ ਆਪਣੀ ਚਾਲ ਚੱਲ ਲਈ। ਕਿਉਂਕਿ ਗੱਲ ਇੱਥੇ ਕੋਈ ਵੀ ਹੱਲ ਨਹੀਂ ਕਰਨਾ ਚਾਹੁੰਦਾ, ਨਾ ਮੋਦੀ ਹੱਲ ਕਰਨਾ ਚਾਹੁੰਦਾ, ਨਾ ਕੋਈ ਹੋਰ। ਕਿਉਂਕਿ ਜਿਨ੍ਹਾਂ ਕਾਰਨਾਂ ਕਰਕੇ ਕੋਈ ਮੰਗ ਉੱਠਦੀ ਹੈ, ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਈ। ਇਹ ਜੀ ਰਾਜਨੀਤੀ ਹੋ ਰਹੀ ਹੈ 2019 ਦੇ ਇਲੈਕਸ਼ਨ ਨੂੰ ਲੈ ਕੇ, ਤੇ ਮੋਦੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਬੜਾ ਸਖਤ ਬੰਦਾ, ਮੈਂ ਹਿੰਦੁਸਤਾਨ ਦੇ ਇੰਟਰਸਟ ਨੂੰ ਲੈ ਕੇ, ਏਕਤਾ ਅਖੰਡਤਾ ਨੂੰ ਲੈ ਕੇ ਬਿਲਕੁਲ ਕੋਈ ਸਮਝੌਤਾ ਨਹੀਂ ਕਰਦਾ, ਤੇ ਮੈਂ ਤੇ ਕੈਨੇਡਾ ਦੇ ਰਾਸ਼ਟਰ ਪ੍ਰਧਾਨ ਮੰਤਰੀ ਦੀ ਪਰਵਾਹ ਤੇ ਅਸੀਂ ਉਹਦੇ ਨਾਲ ਐਵੇਂ ਗੱਲ ਕੀਤੀ, ਅਸੀਂ ਉਹਨੂੰ ਕੋਈ ਤੇ ਉਹ ਉਹਦੀ ਪਿੱਛੇ ਉਹਦੀ ਪੂਰੀ ਪਾਲਿਸੀ ਹੈ। ਜੀ ਤੇ ਇਹ ਹੁਣ ਜੀ ਜਰਨੈਲ ਮੇਰੀਆਂ ਸਿੰਘ ਜੀ ਗੱਲਾਂ, ਮੈਂ ਗੱਲਾਂ ਜਿਹੜੀਆਂ ਕਰ ਰਿਹਾ, ਮੈਂ ਨਾ ਕੋਈ ਸਿਆਸਤ ਦੇਖ ਕੇ ਕਰ ਰਿਹਾ, ਨਾ ਮੈਂ ਇਹ ਕਰ ਰਿਹਾ, ਮੈਂ ਤੁਹਾਨੂੰ ਜੋ ਇਮਾਨਦਾਰੀ ਨਾਲ ਮੇਰੀ ਆਪਣੀ ਐਨਾਲਿਸਿਸ ਆ ਮੈਂ ਗੱਲ ਕਰ ਰਿਹਾ। ਜੀ ਬਿਲਕੁਲ ਜਰਨੈਲ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜੀ ਸਾਰੀ ਪਾਲਿਸੀ ਹੈਗੀ ਹੈ ਇਸ ਵਕਤ ਇਹ ਬੀਜੇਪੀ ਤੇ ਆਰਐਸਐਸ ਦੀ ਪਾਲਿਸੀ ਹੈ ਤੇ ਇਹ 2019 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ। ਪਰ ਜਿਸ ਹਿਸਾਬ ਨਾਲ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਹੁੰਦੇ ਆ ਵੱਖੋ ਵੱਖਰੇ ਦੇਸ਼ਾਂ ਦੇ ਨਾਲ, ਉਹਨਾਂ ਨੂੰ ਕੈਨੇਡਾ ਦੇ ਨਾਲ ਜਿਸ ਹਿਸਾਬ ਨਾਲ ਇਸ ਵਾਰ ਡੀਲ ਕੀਤਾ ਗਿਆ ਇਸ ਸਾਰੇ ਹਫ਼ਤੇ ਦੇ ਦੌਰਾਨ ਤੇ ਇਹਦੇ ਤੋਂ ਪਹਿਲਾਂ ਵੀ, ਕੀ ਤੁਸੀਂ ਉਹਨੂੰ ਜਾਇਜ਼ ਮੰਨਦੇ ਹੋ? ਕਿ ਇੱਕ ਇਸ਼ੂ ਵੱਲ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੂੰਗਾ, ਜਿਹੜਾ ਜਸਪਾਲ ਅਟਵਾਲ ਦਾ ਨਾਮ ਲੈ ਕੇ ਉਹਨਾਂ ਨੂੰ ਖਾਲਿਸਤਾਨੀ ਟੈਰਰਿਸਟ ਜੋ ਉਹਨਾਂ ਨੇ ਕੀਤਾ ਉਹ ਕੀਤਾ, ਪਰ ਜਿਹੜੇ ਐਕੁਇਜ਼ੀਸ਼ਨ ਉਹਨਾਂ ਦੇ ਉੱਪਰ ਲਾ ਕੇ ਕਿਤੇ ਨਾ ਕਿਤੇ ਇਸ ਸਾਰੇ ਇਸ਼ੂ ਨੂੰ, ਸਾਰੀ ਗੱਲਬਾਤ ਨੂੰ ਡੀਰੇਲ ਕਰਨ ਦੀ ਲਾਈਨ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ। ਉਹਦੇ ਜਵਾਬ ਦੇ ਵਿੱਚ ਕੈਨੇਡਾ ਦੇ ਆਫੀਸ਼ੀਅਲ ਸੋਰਸਿਸ ਦਾ ਵੀ ਅੱਜ ਬਿਆਨ ਆਇਆ ਕਿ ਜਿਹੜੇ ਅਟਵਾਲ ਸੀ ਉਹਨਾਂ ਨੂੰ ਇੰਡੀਆ ਦਾ ਵੀਜ਼ਾ ਕਿਵੇਂ ਮਿਲ ਗਿਆ, ਕਿ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਿਹੜੀ ਇੰਡੀਅਨ ਇੰਟੈਲੀਜੈਂਸ ਹੈਗੀ ਹੈ ਉਹਨਾਂ ਦੇ ਉੱਪਰ ਇਹ ਗੱਲ ਸੁੱਟੀ ਹੈ ਕਿ ਇਹਨਾਂ ਨੇ ਜਾਣ ਬੁੱਝ ਕੇ ਡਿਪਲੋਮੈਟਿਕ ਰਿਲੇਸ਼ਨਸ ਨੂੰ ਖਤਮ ਕਰਨ ਦੇ ਲਈ, ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਹ ਜਿਹੜੀ ਮੂਵ ਹੈ ਉਹ ਕੀਤੀ ਹੈ। ਤੁਸੀਂ ਇਸ ਇਸ਼ੂ ਨੂੰ ਕਿਵੇਂ ਦੇਖਦੇ ਹੋ? ਕਿ ਇਹ ਇੱਕ ਭਾਰਤ ਸਰਕਾਰ ਦੀ ਡਿਪਲੋਮੈਟਿਕ ਤੌਰ ਤੇ ਫੇਲੀਅਰ ਨਹੀਂ ਹੈਗੀ? ਦੇਖੋ, ਜਿੱਥੇ ਤੱਕ ਕੈਨੇਡੀਅਨ ਤੁਸੀਂ ਹਵਾਲਾ ਦੇ ਰਹੇ ਹੋ, ਉਹ ਸਿਰਫ ਇੱਕ ਸੋਰਸਿਸ ਦੀ ਗੱਲ ਹੈ। ਇੰਟੈਲੀਜੈਂਸ ਦੀ, ਸਿਕਿਉਰਿਟੀ ਵਾਲਿਆਂ ਨੇ ਸੋਰਸ ਤੋਂ ਖਬਰ ਬਣਾਈ ਹੈ। ਆਫੀਸ਼ੀਅਲੀ ਕੋਈ ਕੈਨੇਡਾ ਨੇ ਇਹ ਗੱਲ ਨਹੀਂ ਕਹੀ, ਜਾਂ ਕਿਸੇ ਵੱਡੇ ਅਧਿਕਾਰੀ ਨੇ ਜਾਂ ਵੱਡੇ ਮੰਤਰੀ ਨੇ ਇਹ ਗੱਲ ਨਹੀਂ ਕਹੀ ਕਿ ਵੀ ਇਹ ਅਟਵਾਲ ਵਾਲਾ ਜਿਹੜਾ ਇਸ਼ੂ ਹੈ ਜਾਣਬੁੱਝ ਕੇ ਇੰਡੀਅਨ ਇੰਟੈਲੀਜੈਂਸ ਨੇ ਕੀਤਾ। ਆਪਾਂ ਇਹਦੇ 'ਚ ਹੀ ਖੁਸ਼ ਹੋਈ ਜਾਂਦੇ ਹਾਂ ਕਿ ਹਾਂ ਜੀ, ਜਿਵੇਂ ਕੈਨੇਡਾ ਨੂੰ ਸਮਝ ਆ ਗਈ। ਜੇ ਤਾਂ ਵਾਕਈ ਕੈਨੇਡਾ ਨੂੰ ਸਮਝ ਆ ਜਾਏ ਫਿਰ ਤਾਂ ਗੱਲ ਹੋਰ ਹੈ। ਉਹਨਾਂ ਨੂੰ ਇਹ ਪਤਾ ਲੱਗੇ ਕਿ ਬਈ ਜਿਹੜੀ ਇੰਟੈਲੀਜੈਂਸ ਏਜੰਸੀਆਂ ਕਿੱਦਾਂ ਕੰਮ ਕਰਦੀਆਂ, ਫਿਰ ਤਾਂ ਗੱਲ ਹੋਰ ਹੈ। ਪਰ ਐਵੇਂ ਛੋਟਾ ਮੋਟਾ ਕਿਸੇ ਸੋਰਸ ਤੋਂ ਛੋਟੀ ਖਬਰ ਬਣਾ ਲੈਣਾ ਮੈਨੂੰ ਲੱਗਦਾ ਨਹੀਂ ਕੋਈ ਬੜੀ ਵੱਡੀ ਗੱਲ ਹੈ। ਤੇ ਜਿਹੜਾ ਇਸ਼ੂ ਹੈ, ਆਪਣੇ ਲੋਕਾਂ ਨੂੰ ਵੀ ਸਮਝਣਾ ਪੈਣਾ ਕਿ ਬਈ ਜਿਹੜੀ ਗੱਲ ਹੈ ਕਿ ਉਹ ਤੁਹਾਨੂੰ ਉੱਥੇ ਬੋਲਣ ਦੀ, ਆਪਣਾ ਇਸ਼ੂ ਰੱਖਣ ਦੀ, ਰਾਜਨੀਤਿਕ ਗੱਲ ਕਰਨ ਦੀ ਆਜ਼ਾਦੀ ਹੈ। ਜੀ ਹੁਣ ਉਸ ਆਜ਼ਾਦੀ ਤੋਂ ਅੱਗੇ ਕੈਨੇਡਾ ਵੀ ਤੁਹਾਡੇ ਨਾਲ ਖੜਾ ਹੋਣ ਵਾਸਤੇ ਤਿਆਰ ਨਹੀਂ ਹੈ। ਇਸ ਕਰਕੇ ਇਸ਼ੂ ਨੂੰ, ਇਸ ਗੱਲ ਨੂੰ ਸਮਝਣ ਤੇ ਆਪਣੀ ਉਸ ਜੋ ਸਿਚੁਏਸ਼ਨ ਹੈ ਉਸਨੂੰ ਸਮਝਣਾ ਪਏਗਾ। ਤੇ ਦੂਜੀ ਗੱਲ, ਪੰਜਾਬ ਦੇ ਵਿੱਚ ਵੀ ਲੋਕਾਂ ਦੇ ਜਿਸ ਸਿਸਟਮ ਦੇ ਥੱਲੇ, ਜਿਸ ਪੁਲਿਸ ਦੇ ਥੱਲੇ, ਜਿਸ ਡੰਡੇ ਦੇ ਥੱਲੇ ਰਹੇ ਨੇ, ਉਹਨਾਂ ਦੀ ਵੀ ਹਾਲਾਤ ਨੂੰ ਸਾਨੂੰ ਸਮਝਣਾ ਪਏਗਾ। ਜੀ ਤੇ ਇਸ ਕਰਕੇ ਜਿਹੜੀ ਸਟ੍ਰੈਟਜੀ ਜਿਹੜੀ ਹੋਣੀ ਚਾਹੀਦੀ ਹੈ ਉਹ ਸਿੱਖਾਂ ਦੇ ਭਲੇ ਵਾਸਤੇ, ਕਿ ਬਈ ਜੋ ਸਿਚੁਏਸ਼ਨ ਹੈ ਆਪਾਂ ਨੂੰ ਉਹਦੇ ਹਿਸਾਬ ਦੇ ਨਾਲ ਉਸ ਨੂੰ ਅੱਗੇ ਵਧਾਉਣ ਦੀ ਲੋੜ ਹੈ।
ਇਹ ਨਹੀਂ ਕਿ ਹੁਣ ਕੈਨੇਡਾ ਦੇ ਇੱਕ ਕਿਸੇ ਨੇ ਕਹਿਤਾ। ਅਲਟੀਮੇਟਲੀ ਮੇਰਾ ਸਾਫ਼ ਮੰਨਣਾ ਹੈ ਕਿ ਇਹਦੇ ਵਿੱਚ ਕਿਤੇ ਕਹਿੰਦਾ ਕਿ ਜਸਟਿਨ ਟਰੂਡੋ ਨੂੰ ਉੱਥੇ ਜਿਹੜੀ ਆਪੋਜੀਸ਼ਨ ਪਾਰਟੀਜ਼ ਹੈ ਕੈਨੇਡਾ ਦੇ ਵਿੱਚ ਉਹ ਵੀ ਟਾਰਗੇਟ ਕਰ ਰਹੀ ਹੈ ਤੇ ਉਹਦਾ ਵੀ ਨੁਕਸਾਨ ਹੋਇਆ। ਤੇ ਇੱਥੇ ਸਿੱਖਾਂ ਦੀ ਛਵੀ ਨੂੰ ਪੂਰੀ ਦੁਨੀਆ ਦੇ ਵਿੱਚ ਉਹਨੂੰ ਵੀ ਫਿਰ ਇੱਕ ਵਾਰੀ ਨੁਕਸਾਨ ਹੋਇਆ। ਤੇ ਜਿੱਥੇ ਤੱਕ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਨੇ ਉੱਥੇ ਇੰਡੀਆ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ। ਹਾਂ, ਮੋਦੀ ਨੇ ਆਪਣੇ ਆਪ ਨੂੰ ਪੋਲੀਟੀਕਲੀ ਫਾਇਦਾ ਚੱਕਣ ਵਾਸਤੇ, ਕਿਉਂਕਿ ਉਹ ਹਰ ਫਰੰਟ ਤੇ ਫੇਲ ਹੋ ਰਿਹਾ, ਕਦੇ ਕੋਈ ਪੈਸੇ ਲੈ ਕੇ ਭੱਜ ਰਿਹਾ, ਕੋਈ ਬੈਂਕ ਚੋਂ ਪੈਸੇ ਲੈ ਕੇ ਭੱਜ ਰਿਹਾ, ਕੋਈ ਡੀਮੋਨੇਟਾਈਜੇਸ਼ਨ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਇਕਨੋਮੀ ਥੱਲੇ ਆ ਰਹੀ ਹੈ, ਜਿਹੜਾ ਸੈਂਸੈਕਸ ਹੈ ਉਹ ਥੱਲੇ ਆਇਆ ਹੋਇਆ, ਸ਼ੇਅਰ ਬਾਜ਼ਾਰ ਥੱਲੇ ਆਇਆ ਹੋਇਆ ਕ੍ਰੈਸ਼ ਹੋਇਆ ਪਿਆ, ਤੇ ਉਹ ਰੋਜ਼ਗਾਰ ਦੇ ਨਹੀਂ ਪਾ ਰਹੇ, ਅਨਇੰਪਲੋਇਮੈਂਟ ਵੱਧ ਰਹੀ ਹੈ, ਕਦੇ ਉਹ ਕਹਿੰਦੇ ਪਕੌੜੇ ਵੇਚੋ, ਕਦੇ ਕੀ ਕਰੋ। ਤੇ ਹੁਣ ਉਹਨਾਂ ਚੀਜ਼ਾਂ ਤੋਂ ਧਿਆਨ ਹਟਾ ਕੇ ਤੇ ਬਾਕੀ ਚੀਜ਼ਾਂ ਦੇ ਉੱਤੇ ਲਿਆਉਣ ਦੀ ਗੱਲ, ਉਹ ਰਾਮ ਮੰਦਿਰ ਦੇ ਇਸ਼ੂ ਨੂੰ ਲੈ ਕੇ ਆਉਣਗੇ, ਫਿਰ ਉਹ ਪਾਕਿਸਤਾਨ ਨਾਲ ਛੇੜਾਖਾਨੀ ਕਰਨਗੇ। ਹੋ ਸਕਦਾ ਮਾੜੀ ਮੋਟੀ ਲੜਾਈ ਕਰਨ ਦਾ ਹਿਸਾਬ ਕਿਤਾਬ ਵੀ ਬਣਾ ਲੈਣ ਉਸ ਤੋਂ ਪਹਿਲਾਂ, ਤੇ ਨਾਲੇ ਖਾਲਿਸਤਾਨ ਦੀ ਗੱਲ ਕਰਕੇ ਉਹ ਜਿਹੜੇ ਉਸ ਰਣਨੀਤੀ ਨੂੰ ਉਹ ਲੈ ਕੇ ਤੁਰ ਰਹੇ ਨੇ। ਤੇ ਕਿਤੇ ਨਾ ਕਿਤੇ ਸਾਡੇ ਵੀ ਲੋਕ ਭੋਲੇ ਭਾਹਾ ਉਸ ਨੂੰ ਕਾਮਯਾਬ ਬਣਾ ਦਿੰਦੇ ਨੇ, ਕਿਉਂਕਿ ਕਿਉਂ ਅਟਵਾਰ ਨੂੰ ਐਵੇਂ ਉਹਨਾਂ ਦੀ ਇਨਵੀਟੇਸ਼ਨ ਚਾਉਣ ਦੀ ਲੋੜ ਸੀ। ਉਸੇ ਤਰ੍ਹਾਂ ਜਿਹੜੇ ਇੱਕ ਹੋਰ ਭਾਈ ਸਾਹਿਬ ਆਏ ਸੀ, ਉਹਨਾਂ ਨੂੰ ਆ ਕੇ ਆਪਣਾ ਜੇ ਵੀਜ਼ਾ 37 ਸਾਲ ਬਾਅਦ ਮਿਲਿਆ ਸੀ WHO ਦੇ, ਉਹਨਾਂ ਨੂੰ ਇੱਥੇ ਆ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਪਣਾ ਘੁੰਮ ਫਿਰ ਕੇ ਜਾ ਕੇ ਉੱਥੇ ਜਾ ਕੇ ਆਪਣਾ ਬਿਆਨ ਦੇਣਾ ਚਾਹੀਦਾ ਸੀ ਵਾਪਸੀ ਦੇ ਉੱਤੇ। ਉਹ ਇੱਥੇ ਹੀ ਸ਼ੁਰੂ ਹੋ ਕੇ ਪ੍ਰੈਸ ਨਾਲ ਗੱਲ ਕਰਨਾ ਵੀ ਜਦੋਂ ਇੱਕ ਪ੍ਰਾਈਮ ਮਿਨਿਸਟਰ ਦਾ ਦੌਰਾ ਚੱਲ ਰਿਹਾ ਤੁਸੀਂ ਥੋੜੀ ਜਿਹੀ ਚੁੱਪ ਰੱਖੋ, ਤੁਸੀਂ ਬਾਅਦ ਚੋਂ ਜਾ ਕੇ ਬਿਆਨ ਦੇਣਾ ਆਪਣਾ ਜੋ ਵੀ ਗੱਲ ਕਹਿਣੀ ਹੋਏਗੀ। ਇਸ ਕਰਕੇ ਸਮਝ ਦੀ ਘਾਟ ਹੈ। ਜੀ ਜਰਨੈਲ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸਾਡੇ ਸ਼ੋਅ ਦਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੂੰਗਾ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਆਪਣਾ ਸਮਾਂ ਦੇਣ ਦੇ ਲਈ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਦਿੱਲੀ ਤੋਂ ਪੱਤਰਕਾਰ ਤੇ ਆਮ ਆਦਮੀ ਪਾਰਟੀ ਦੇ ਸਾਬਕਾ MLA ਸਰਦਾਰ ਜਰਨੈਲ ਸਿੰਘ, ਜਿਨ੍ਹਾਂ ਦਾ ਮੰਨਣਾ ਹੈ ਕਿ ਜੋ ਸਿੱਖ ਕੌਮ ਹੈਗੀ ਹੈ ਉਹਨੂੰ ਇਸ ਵਕਤ ਇਹ ਸਾਰੀਆਂ ਜਿਹੜੀਆਂ ਚਾਲਾਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੈ, ਸੁਹਿਰਦਗੀ ਦੀ ਲੋੜ ਹੈ, ਤੇ ਇੱਕ ਨਵੀਂ ਰਣਨੀਤੀ ਦੇ ਤਹਿਤ ਨਵੇਂ ਸਿਰਿਓਂ ਮੁਹਿੰਮ ਚਲਾਉਣ ਦੀ ਲੋੜ ਹੈ। ਤੇ ਜੋ ਭਾਰਤ ਸਰਕਾਰ ਦਾ ਖਾਸ ਤੌਰ ਤੇ ਮੋਦੀ ਸਰਕਾਰ ਦਾ ਵਰਤਾਰਾ ਹੈਗਾ ਜਸਟਿਨ ਟਰੂਡੋ ਦੇ ਪ੍ਰਤੀ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਲਾਈਨ ਹੈ ਉਹ ਸਿਰਫ ਤੇ ਸਿਰਫ ਇੱਕ ਕਮਿਊਨਲ ਪੋਲਿਟਿਕਸ ਦਾ ਹਿੱਸਾ ਹੈ, ਜੋ ਕਿ 2019 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।